Good morning, students. So now let us continue with the chapter The Best Investment I Ever Made. So see, पिछले lectures ਵਿੱਚ ਅਸੀਂ ਕੀ ਦੇਖਿਆ ਸੀ ਕਿ how two persons meet during a sea voyage and one of them is a doctor. The other person seems to know the doctor well, but the doctor does not remember having met the other man. Then the other man tells him something, and then this doctor recalls how he had met this man almost 25 years back, almost 25 years ago. फिर ਉਹਨੂੰ then the doctor starts recalling the whole thing ਕਿ ਕਿਸ ਤਰ੍ਹਾਂ ਉਸ ਵਿਅਕਤੀ ਨੂੰ ਉਹ 25 ਸਾਲ ਪਹਿਲਾਂ ਮਿਲਿਆ ਸੀ ਔਰ ਜਿਹਨੂੰ ਮਿਲਿਆ ਸੀ ਉਹ that man was then a young lad who had tried to commit suicide. So ਇੱਥੋਂ ਦੇਖੋ ਹੁਣ as we mounted the creaking staircase, my nostrils were stung by the sick sweet odor of illuminating gas. ਸੋ ਹੁਣ ਡਾਕਟਰ ਯਾਦ ਕਰ ਰਿਹਾ ਕਿ ਕਿੱਦਾਂ ਉਹ ਲੜਕਾ ਉਹਨੂੰ ਮਿਲਿਆ ਸੀਗਾ ਕਲੀਅਰ ਔਰ ਉਹਨੂੰ ਕੀ ਯਾਦ ਆਉਂਦਾ ਕਿ when he was a doctor he had got a call to save a young boy who had attempted suicide. ਸੋ ਫਿਰ ਇੱਕ ਸਰਜੈਂਟ ਇਹਨੂੰ ਬੁਲਾਉਣ ਆਇਆ ਸੀਗਾ ਔਰ ਫਿਰ ਉਹ ਯਾਦ ਕਰ ਰਿਹਾ ਕਿ ਕਿਸ ਤਰ੍ਹਾਂ ਇੱਕ ਉਹ ਪੌੜੀਆਂ ਚੜ੍ਹ ਕੇ ਗਿਆ ਐਂਡ ਦੈਨ he could even smell that odor of illuminating gas. Odor is smell, bad smell. ਸੋ ਉਹਨੂੰ ਸਮੈਲ ਆ ਗਈ ਸੀਗੀ ਉਸ ਘਰ ਦੇ ਵਿੱਚ ਦਾ ਮਤਲਬ the boy had attempted suicide by inhaling that gas. ਕਿ ਉਹਨੇ ਉਹ ਗੈਸ ਇਨਹੇਲ ਕਰਕੇ ਕੋਸ਼ਿਸ਼ ਕੀਤੀ ਸੀ ਮਰਨ ਦੀ. On the upper story, the agitated landlady showed us to a bare little attic where stretched on a narrow bed lay the body of a young man. ਸੋ ਫਿਰ ਜਦੋਂ ਅੰਦਰ ਹੋ ਗਏ ਤਾਂ ਉਹਨਾਂ ਨੇ ਕੀ ਦੇਖਿਆ ਕਿ ਜਿਹੜੀ ਲੈਂਡਲੇਡੀ ਹੈ ਘਰ ਦੀ ਜਿਹੜੀ ਮਾਲਕਿਨ ਹੈ ਸ਼ੀ ਇਜ਼ ਵੈਰੀ ਐਜੀਟੇਟਿਡ ਬਹੁਤ ਅਪਸੈਟ ਖੜੀ ਹੈ ਔਰ ਫਿਰ ਉਹ ਉਹਨਾਂ ਨੂੰ ਕਿੱਥੇ ਲੈ ਕੇ ਜਾਂਦੀ ਹੈ ਛੋਟੇ ਜਿਹੇ ਕਮਰੇ ਦੇ ਵਿੱਚ which is bare. Bare means it has little or no furniture. ਕਲੀਅਰ ਛੋਟਾ ਜਿਹਾ ਕਮਰਾ ਹੈ ਜਿਹੜਾ ਕਿ ਜਿਹਦੇ ਵਿੱਚ ਫਰਨੀਚਰ ਵੀ ਨਹੀਂ ਹੈਗਾ ਐਂਡ ਇਟ ਇਜ਼ ਲਿਟਲ ਇਨ ਸਾਈਜ਼ ਆਲਸੋ. ਨਾਓ ਐਟਿਕ ਦਾ ਮਤਲਬ ਵੀ ਕੀ ਹੁੰਦਾ ਜਿਹਨੂੰ ਆਪਾਂ it's a small room with a low roof. ਮਿਆਨੀ ਜਿੱਦਾਂ ਪਹਿਲਾਂ ਹੁੰਦੀਆਂ ਸੀਗੀਆਂ ਘਰਾਂ ਦੇ ਵਿੱਚ. ਸੋ ਐਟਿਕ ਦੇ ਵਿੱਚ ਉਹ ਰਹਿੰਦਾ ਲੜਕਾ ਜਿਹਨੇ ਕਿ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਸੀ. Although apparently lifeless, there remained the barest chance that the youth was not quite beyond recall. ਸੋ ਜਦੋਂ ਡਾਕਟਰ ਨੇ ਉਹਨੂੰ ਦੇਖਿਆ ਤਾਂ ਉਹਨੂੰ ਕੀ ਲੱਗਾ ਕਿ ਲੱਗ ਤਾਂ ਬਿਲਕੁਲ ਇੱਦਾਂ ਰਿਹਾ ਜਿੱਦਾਂ ਇਹਦੇ ਵਿੱਚ ਜਾਨ ਨਹੀਂ ਹੈ ਕਿ ਇਹਨੇ ਜਿਹੜੀ ਆਪਣੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਹੈ ਉਹਦੇ ਕਰਕੇ ਇੱਦਾਂ ਲੱਗਦਾ ਹੈ ਕਿ ਐਜ਼ ਇਫ ਹੀ ਵੋਂਟ ਬੀ ਏਬਲ ਟੂ ਮੇਕ ਇਟ, ਹੀ ਵੋਂਟ ਬੀ ਏਬਲ ਟੂ ਸਰਵਾਈਵ. ਪਰ ਉਹਨੂੰ ਕੀ ਲੱਗਦਾ ਸੀ ਬੇਅਰੈਸਟ ਦਾ ਮਤਲਬ ਕਿ ਸਮੋਲੈਸਟ. ਸੋ ਉਹਨੂੰ ਕੀ ਲੱਗਦਾ ਸੀ ਕਿ ਇੱਕ ਛੋਟਾ ਜਿਹਾ ਚਾਂਸ ਹੈਗਾ, very small chance that the youth might be saved, ਕਿ ਉਹਦੀ ਸ਼ਾਇਦ ਜਾਨ ਬਚਾਈ ਜਾ ਸਕੇ. With the surgeon's help I began the work of resuscitation. So with the help of that surgeon ਉਹਨੇ resuscitation ਦਾ ਕੰਮ ਜਿਹੜਾ ਸੀਗਾ ਉਹ ਸ਼ੁਰੂ ਕੀਤਾ. Now what is meant by resuscitation? ਇਹਦਾ ਮਤਲਬ ਕੀ ਹੁੰਦਾ ਕਿਸੇ ਨੂੰ ਕਿਸੇ ਦੀ ਜਾਨ ਬਚਾਉਣੀ, ਉਹਨੂੰ ਬੇਹੋਸ਼ੀ 'ਚੋਂ ਕੱਢ ਕੇ ਲਿਆਉਣਾ ਜਾਂ ਉਹਨੂੰ ਨੀਅਰ ਡੈਥ ਤੋਂ ਵਾਪਿਸ ਲੈ ਕੇ ਆਉਣਾ. ਸੋ ਫਿਰ ਉਹਨੇ ਸ਼ੁਰੂ ਕੀਤਾ ਕੰਮ ਉਹਨੂੰ ਬਚਾਉਣ ਦਾ. ਫੋਰ ਐਨ ਆਰ ਵੀ ਲੇਬਰਡ ਵਿਦਾਊਟ ਸਕਸੈਸ. ਸੋ ਲੇਬਰਡ ਦਾ ਮਤਲਬ ਵੀ ਕੀ ਹੁੰਦਾ ਵੀ ਵਰਕਡ ਹਾਰਡ. ਸੋ ਇਹ ਤਾਂ ਡਾਕਟਰ ਅਤੇ ਸਰਜੈਂਟ ਉਹਨੂੰ ਬਚਾਉਣ ਵਾਸਤੇ ਲੱਗ ਗਏ ਕੰਮ ਨੂੰ ਔਰ ਤਕਰੀਬਨ 1 ਘੰਟਾ ਉਹ ਲੱਗੇ ਰਹੇ ਪਰ ਉਹਦੇ ਵਿੱਚ ਕੋਈ ਜਾਨ ਨਹੀਂ ਨਜ਼ਰ ਆ ਰਹੀ ਸੀਗੀ. A further 15 minutes it appeared useless. ਸੋ ਫਿਰ ਉਹਨਾਂ ਨੇ 15 ਮਿੰਟ ਹੋਰ ਕੋਸ਼ਿਸ਼ ਕੀਤੀ ਉਹਨੂੰ ਬਚਾਉਣ ਦੀ ਪਰ ਕੀ ਲੱਗ ਰਿਹਾ ਸੀ ਕਿ ਐਵੇਂ ਉਹ ਕੋਸ਼ਿਸ਼ ਕਰੀ ਜਾ ਰਹੇ ਹੈ. ਦੈਨ ਐਜ਼ ਵੀ ਵਰ ਅਬਾਊਟ ਟੂ ਗਿਵ ਅਪ ਕੰਪਲੀਟਲੀ ਐਗਜ਼ੌਸਟਿਡ. ਸੋ ਜਦੋਂ ਫਿਰ ਉਹ ਪੂਰੀ ਤਰ੍ਹਾਂ ਥੱਕ ਹਾਰ ਗਏ ਅਤੇ ਉਹ ਬਿਲਕੁਲ ਛੱਡਣ ਲੱਗੇ ਸੀਗੇ ਦੇਅਰ ਬ੍ਰੋਕ ਫਰੋਮ ਦਾ ਪੇਸ਼ੈਂਟ ਅ ਸ਼ੈਲੋ ਕਨਵਲਸਿਵ ਗੈਸਪ. ਸੋ ਤਦੀ ਕੀ ਹੋਇਆ, ਤਦੀ ਉਹ ਜਿਹੜਾ ਪੇਸ਼ੈਂਟ ਸੀ ਉਹਨੇ ਇੱਕਦਮ ਸਾਹ ਖਿੱਚਿਆ ਕਲੀਅਰ ਵਿਚ ਵਾਜ਼ ਨਾਟ ਵੈਰੀ ਡੀਪ. ਸ਼ੈਲੋ ਦਾ ਮਤਲਬ ਹੀ ਕੀ ਹੁੰਦਾ ਨੋਟ ਡੀਪ. ਸੋ ਉੱਪਰ ਦਾ ਸਾਹ ਖਿੱਚਿਆ ਉਹਨੇ
ਸੋ ਕਨਵਲਸਿਵ ਦਾ ਵੀ ਕੀ ਮਤਲਬ ਹੁੰਦਾ, ਬਹੁਤ ਜਿਸ ਤਰ੍ਹਾਂ ਜ਼ੋਰ ਜਿਹਾ ਲਗਾ ਕੇ ਉਹਨੇ ਸਾਹ ਲਿਆ ਬੇਹੋਸ਼ੀ ਵਿੱਚ ਹੀ। ਇਟ ਵਾਜ਼ ਲਾਈਕ ਅ ਰੀਜ਼ਰੈਕਸ਼ਨ ਫਰੋਮ ਦ ਗ੍ਰੇਵ। ਸੋ ਉਹਨੂੰ ਇੱਦਾਂ ਲੱਗਾ ਸਾਰਿਆਂ ਨੂੰ, ਜਿੰਨੇ ਵੀ ਉੱਥੇ ਖੜੇ ਸੀ, ਜਿੱਦਾਂ ਕਿ ਕੋਈ ਕਬਰ ਤੋਂ ਉੱਠ ਕੇ ਮੁਰਦਾ ਖੜਾ ਹੋ ਗਿਆ ਹੋਵੇ, ਕਿਉਂਕਿ ਕਿੰਨੀ ਦੇਰ ਦੀ ਉਹ ਕੋਸ਼ਿਸ਼ ਕਰ ਰਹੇ ਸੀਗੇ ਔਰ ਕੀ ਲੱਗ ਰਿਹਾ ਸੀਗਾ, ਐਜ਼ ਇਫ ਦ ਬॉय ਇਜ਼ ਡੈਡ। ਅਤੇ ਸੋ ਇੱਦਾਂ ਲੱਗ ਰਿਹਾ ਸੀ ਜਿੱਦਾਂ ਕੋਈ ਕਬਰ ਤੋਂ ਉੱਠ ਕੇ ਖੜਾ ਹੋ ਗਿਆ। ਅ ਮਿਰੇਕਲ, ਦਿਸ ਸਟਰਿੰਗ ਆਫ ਲਾਈਫ ਅੰਡਰ ਆਵਰ ਹੈਂਡ। ਸੋ ਉਹਨਾਂ ਨੂੰ ਕੀ ਲੱਗ ਰਿਹਾ ਸੀ, ਐਜ਼ ਇਫ ਅ ਮਿਰੇਕਲ ਹੈਜ਼ ਟੇਕਨ ਪਲੇਸ, ਜਿੱਦਾਂ ਕਿ ਚਮਤਕਾਰ ਹੋ ਗਿਆ। ਹਾਫ ਐਨ ਆਵਰ ਆਫ ਰੀਡਬਲਡ ਐਫਰਟਸ ਐਂਡ ਵੀ ਹੈਡ ਦ ਯੂਥ ਸਿਟਿੰਗ ਅਪ। ਸੋ ਫਿਰ ਉਹਨਾਂ ਨੇ ਰੀਡਬਲ ਦਾ ਮਤਲਬ ਵੀ ਕੀ ਹੈ, ਦੇ ਨਾਓ ਮੇਡ ਡਬਲ ਐਫਰਟ, ਮਤਲਬ ਉਹਨਾਂ ਨੇ ਦੁੱਗਣੀ ਕਰ ਲਈ ਆਪਣੀ ਕੋਸ਼ਿਸ਼। ਔਰ ਤਕਰੀਬਨ ਹਾਫ ਐਨ ਆਰ ਦੇ ਕੰਟੀਨਿਊਡ ਟੂ ਮੇਕ ਐਫਰਟਸ ਟੂ ਸੇਵ ਦ ਲਾਈਫ ਆਫ ਦ ਯੰਗ ਬॉय। ਔਰ ਫਿਰ ਕੀ ਹੋਇਆ ਉਸ ਤੋਂ ਬਾਅਦ, ਜਦੋਂ ਇੰਨੀ ਮਿਹਨਤ ਤੋਂ ਬਾਅਦ ਦ ਯੂਥ ਸੈਟ ਅਪ, ਜਿਹੜਾ ਯੰਗ ਲੜਕਾ ਸੀਗਾ ਉਹ ਉੱਠ ਕੇ ਬੈਠ ਗਿਆ। ਗੇਜ਼ਿੰਗ ਐਟ ਅਸ ਡੇਜ਼ਿਡਲੀ ਐਂਡ ਅਲਾਸ ਸਲੋਲੀ ਰਿਅਲਾਈਜ਼ਿੰਗ ਦ ਹੌਰਰ ਆਫ ਹਿਸ ਸਿਚੁਏਸ਼ਨ। ਸੋ ਬਹੁਤ ਜ਼ਿਆਦਾ ਉਹ ਪਹਿਲਾਂ ਤਾਂ ਉਹਨੂੰ ਇਹ ਨਹੀਂ ਪਤਾ ਲੱਗ ਰਿਹਾ ਸੀਗਾ, ਜਦੋਂ ਉਹਨੂੰ ਹੋਸ਼ ਆ ਰਹੀ ਸੀਗੀ, ਕਿ ਉਹਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਕਿੱਥੇ ਪਿਆ ਹੋਇਆ ਹੈ, ਐਂਡ ਹੂ ਆਰ ਦ ਪੀਪਲ ਹੂ ਆਰ ਸਰਾਊਂਡਿੰਗ ਹਿਮ। ਸੋ ਉਹਨੂੰ ਇਹ ਨਹੀਂ ਸਮਝ ਆ ਰਹੀ ਸੀ, ਪਰ ਆਹਿਸਤਾ ਆਹਿਸਤਾ ਉਹਨੂੰ ਜਦੋਂ ਸੁਰਤ ਆਉਣ ਲੱਗੀ ਤਾਂ ਉਹਨੂੰ ਕੀ ਸਮਝ ਆਉਣ ਲੱਗੀ, that he has landed himself in a very difficult situation। ਮਤਲਬ ਉਹਨੂੰ ਕੀ ਸਮਝ ਆਉਣ ਲੱਗੀ ਕਿ ਬਹੁਤ ਜ਼ਿਆਦਾ ਮੁਸ਼ਕਿਲ ਵਾਲੀ ਸਥਿਤੀ ਵਿੱਚੋਂ ਆ ਗਿਆ। ਸੋ ਕੀ ਮੁਸ਼ਕਿਲ ਵਾਲੀ ਸਥਿਤੀ ਹੈਗੀ ਹੈ ਕਿ ਨੈਚੁਰਲੀ ਹੀ ਕੁਡ ਨਾਟ ਟੇਕ ਹਿਜ਼ ਲਾਈਫ। ਸੋ ਇੱਕ ਜੀਣਾ ਵੀ ਪੈਣਾ ਹੈ, ਅਤੇ ਨਾਲ ਕੀ ਹੈਗਾ, ਨਾਲ ਹੁਣ ਇੱਕ ਹੋਰ ਕੇਸ ਵੀ ਉਹਦੇ 'ਤੇ ਲੱਗ ਜਾਏਗਾ, ਔਰ ਉਹ ਕੀ ਹੈਗਾ, ਆਪਣੀ ਜਾਨ ਲੈਣ ਦੀ ਕੋਸ਼ਿਸ਼ ਕਰਨਾ। ਸੋ ਪੁਲਿਸ ਉਹਨੂੰ ਅਰੈਸਟ ਕਰਕੇ ਲਿਜਾ ਸਕਦੀ ਹੈ, ਕਿਉਂਕਿ ਬਿਕੋਜ਼ ਈਵਨ ਦਿਸ ਇਜ਼ ਅ ਕ੍ਰਾਈਮ ਇਫ ਯੂ ਟਰਾਈ ਟੂ ਟੇਕ ਯੋਰ ਓਨ ਲਾਈਫ। ਸੋ ਹੁਣ ਜਿਹੜਾ ਯੰਗ ਲੜਕਾ ਸੀ ਉਹਨੂੰ ਸਮਝ ਆਉਣ ਲੱਗ ਪਈ ਕਿ ਇਹ ਤਾਂ ਉਹ ਪਹਿਲਾਂ ਨਾਲੋਂ ਵੀ ਮਾੜੀ ਸਥਿਤੀ ਵਿੱਚ ਆ ਗਿਆ। ਅਤੇ ਸੋ ਹੀ ਇਨ ਟੂ escape the bad situation he had tried to commit suicide, ਬਟ ਹੁਣ ਉਹਨੂੰ ਕੀ ਲੱਗ ਰਿਹਾ ਸੀ ਕਿ ਜਾਨ ਵੀ ਨਹੀਂ ਗਈ, ਐਂਡ ਆਈ ਐਮ ਇਨ ਅ ਮਚ ਵਰਸ ਸਿਚੁਏਸ਼ਨ। ਸੋ ਦੇਖੋ ਨੈਕਸਟ, ਹੀ ਵਾਜ਼ ਅ ਰਾਊਂਡ ਚੀਕਡ ਲੈਡ ਵਿਦ ਅ ਸਿੰਪਲ ਕੰਟਰੀਫਾਈਡ ਹੇਅਰ। ਸੋ ਉਹ ਲੜਕਾ ਕੌਣ ਸੀਗਾ, ਉਹਦੀਆਂ ਰਾਊਂਡ ਚੀਕ ਸੀਗੀਆਂ, ਗੱਲਾਂ ਸੀਗੀਆਂ, ਔਰ ਸਿੰਪਲ ਕੰਟਰੀਫਾਈਡ ਹੇਅਰ। ਸੋ ਕੰਟਰੀਫਾਈਡ ਦਾ ਮਤਲਬ ਵੀ ਕੀ ਹੈ, ਨਾਟ ਫੈਸ਼ਨੇਬਲ, ਜਿਹਨੂੰ ਆਪਾਂ ਕਹਿੰਦੇ ਪੇਂਡੂ ਸਟਾਈਲ, ਰੂਰਲ ਸਟਾਈਲ। ਸੋ ਉਹਨੇ ਇੱਦਾਂ ਦੇ ਰਸਟਿਕ ਉਹਦਾ ਸਟਾਈਲ ਸੀਗਾ, ਰੂਰਲ ਸਟਾਈਲ ਸੀ। And the story he told us as he slowly regained strength in the bleak morning hours was simple too. So the boy was simple, और ਜਿਹੜੀ ਉਹਨੇ ਕਹਾਣੀ ਸੁਣਾਈ ਉਹ ਵੀ ਕੀ ਸੀ, ਸਿੰਪਲ ਹੀ ਸੀਗੀ। His parents were dead. An uncle in the provinces, anxious no doubt to be rid of an unwanted responsibility, had found him a position as a clerk in a London solicitor's office. So ਉਹਨੇ ਕੀ ਕਹਾਣੀ ਸੁਣਾਈ ਕਿ ਪੇਰੈਂਟਸ ਦੀ ਡੈਥ ਹੋ ਚੁੱਕੀ ਸੀ। ਸੋ ਜਿਹੜਾ ਇੱਕ ਰਿਸ਼ਤੇਦਾਰ ਦੇ ਉੱਪਰ ਉਹਦੀ ਜ਼ਿੰਮੇਵਾਰੀ ਪੈ ਗਈ, ਉਹਨੇ ਆਪਣੀ ਜ਼ਿੰਮੇਵਾਰੀ ਪੂਰੀ ਕਰਨ ਦੀ ਖਾਤਰ ਉਹਨੇ ਕੀ ਕੀਤਾ, ਉਹਨੇ ਉਹਨੂੰ ਬਹੁਤ ਛੋਟੇ ਜਿਹੇ ਨੂੰ ਹੀ ਨੌਕਰੀ ਲੱਭ ਕੇ ਦੇ ਦਿੱਤੀ। ਸੋ ਉਹਨੂੰ ਕਲਰਕ ਦੀ ਨੌਕਰੀ ਲੱਭ ਕੇ ਦੇ ਦਿੱਤੀ ਇੱਕ ਵਕੀਲ ਦੇ ਆਫਿਸ ਦੇ ਵਿੱਚ। ਹੀ ਹੈਡ ਬੀਨ ਇਨ ਦ ਸਿਟੀ ਓਨਲੀ 6 months। ਸੋ ਸਿਰਫ 6 ਮਹੀਨੇ ਪਹਿਲਾਂ ਹੀ ਉਹ ਛੋਟੇ ਇਲਾਕੇ 'ਚੋਂ ਲੰਡਨ ਵਰਗੇ ਵੱਡੇ ਸ਼ਹਿਰ ਵਿੱਚ ਆਇਆ ਸੀ। ਅਟਰਲੀ ਫਰੈਂਡਲੈਸ, ਹੀ ਮੇਡ ਬੈਡ ਕੰਪੈਨੀਅਨਸ। ਸੋ ਬਿਕੋਜ਼ ਹੀ ਵਾਜ਼ ਵੈਰੀ ਯੰਗ, ਦੇਅਰਫੋਰ ਹੀ ਕੁਡ ਨਾਟ discriminate between good friends and the bad ones. That is why he made bad choices and he made friends who were not good. So ਕਿਉਂਕਿ ਉਹਦਾ ਕੋਈ ਦੋਸਤ ਨਹੀਂ ਸੀਗਾ। ਐਂਡ ਲਾਈਕ ਅ ਯੰਗ ਫੂਲ ਬਿਗੈਨ ਟੂ ਬੈਟ ਔਨ ਹਾਰਸਿਸ। ਸੋ ਫਿਰ ਉਹ ਪੈਸੇ ਸੱਟਾ ਲਗਾਉਣ ਲੱਗ ਪਿਆ ਕਿਹਨਾਂ ਦੇ ਉੱਪਰ, ਘੋੜਿਆਂ ਦੇ ਉੱਪਰ। ਸੂਨ ਹੀ ਹੈਡ ਲੋਸਟ ਆਲ ਹਿਜ਼ ਸਮਾਲ ਸੇਵਿੰਗਸ, pledged his belongings and owed the bookmaker a disastrous amount. Disastrous ਦਾ ਇੱਥੇ ਮਤਲਬ ਕੀ ਹੈ, ਵੈਰੀ ਹਿਊਜ, ਕਿ ਜਿਹੜਾ ਉਹਨੂੰ ਬਰਬਾਦ ਕਰ ਸਕਦਾ। ਸੋ ਉਹਨੇ ਕਿਉਂਕਿ ਪੈਸੇ ਲਗਾਉਣੇ ਸ਼ੁਰੂ ਕਰ ਦਿੱਤੇ, ਜਿਹੜੀਆਂ ਹਾਰਸ ਰੇਸਿਸ ਹੁੰਦੀਆਂ ਸੀਗੀਆਂ ਉਹਨਾਂ 'ਤੇ ਉਹਨੇ ਪੈਸੇ ਲਗਾਉਣੇ ਸ਼ੁਰੂ ਕਰ ਦਿੱਤੇ। ਹੌਲੀ ਹੌਲੀ ਕੀ ਹੋਇਆ ਕਿ ਉਹਨੇ
ਸਾਰੀਆਂ ਉਹਦੀਆਂ ਜਿਹੜੀਆਂ ਸੇਵਿੰਗ ਸੀਗੀਆਂ ਉਹ ਖ਼ਤਮ ਹੋ ਗਈਆਂ। ਉਹਦੇ ਆਪਣਾ ਜਿਹੜਾ ਉਹਨੇ ਸਾਰਾ ਸਮਾਨ ਸੀਗਾ ਉਹ ਵੀ ਗਹਿਣੇ ਰੱਖਣਾ ਪਿਆ, ਉਹਨੂੰ ਗਿਰਵੀ ਰੱਖਣਾ ਪਿਆ। ਔਰ ਜਿੱਥੇ ਉਹ ਪੈਸੇ ਲਗਾਉਂਦਾ ਸੀਗਾ ਉਹਨੂੰ ਵੀ ਉੱਥੋਂ ਦਾ ਜਿਹੜਾ ਬੁੱਕ ਮੇਕਰ ਸੀ, ਬੁਕੀ ਜਿਹਨੂੰ ਆਪਾਂ ਅੱਜ ਕੱਲ੍ਹ ਕਹਿੰਦੇ ਹੈਗੇ ਆ, ਉਹਨੇ ਬਹੁਤ ਸਾਰੇ ਪੈਸੇ ਦੇਣੇ ਸੀਗੇ, ਕਿਉਂਕਿ ਉਹਨੇ ਕਾਫੀ ਪੈਸਾ ਕਿਹਦੇ ਉੱਤੇ ਲਗਾਇਆ ਹੋਇਆ ਸੀਗਾ, ਇਹਦੇ ਜਿਹੜੀ ਹਾਰਸ ਰੇਸਿਸ ਹੈਗੀਆਂ, ਸੋ ਸੱਟੇ 'ਤੇ ਲਗਾਇਆ ਹੋਇਆ ਸੀਗਾ। ਸੋ ਨੈਕਸਟ ਦੇਖੋ ਹੁਣ, in an effort to recoup, he took a sum of money from the office safe for a final gamble which he was assured was certain to win. So ਫਿਰ ਉਹਨੇ, ਕਿਉਂਕਿ ਬਹੁਤ ਉਹਨੇ ਪੈਸੇ ਵੀ ਦੇਣੇ ਸੀ, ਉੱਤੇ ਕਰਜ਼ਾ ਵੀ ਚੜਿਆ ਹੋਇਆ ਸੀਗਾ, ਸੋ ਉਹਨੇ ਫਿਰ ਕੀ ਸੋਚਿਆ ਕਿ ਮੈਂ ਇੱਕ ਅਖੀਰਲਾ ਜੂਆ ਖੇਡ ਕੇ ਦੇਖਦਾ ਹੈ। ਠੀਕ ਹੈ, ਸੋ ਉਹਦੇ ਦੋਸਤਾਂ ਨੇ ਵੀ ਉਹਨੂੰ, ਲੋਕਾਂ ਨੇ ਵੀ ਕੀ ਕਿਹਾ ਵੀ ਕੋਈ ਨਹੀਂ, ਖੇਲ ਲੈ, ਤੇਰੇ ਪੈਸੇ ਵਾਪਸ ਆ ਜਾਣਗੇ। ਸੋ ਉਹਨੇ ਇਹੀ ਸੋਚਿਆ ਕਿ ਲਾਸਟ ਵਾਰੀ ਕਰਕੇ ਮੈਂ ਆਈ ਵਿਲ ਵਿਨ ਐਂਡ ਆਈ ਵਿਲ ਰਿਟਰਨ ਦ ਮਨੀ, ਆਈ ਵਿਲ ਗਿਵ ਦ ਮਨੀ ਟੂ ਦ ਬੁੱਕ ਮੇਕਰ। ਸੋ ਉਹਨੇ ਇਹੀ ਸੋਚਿਆ, ਬਟ ਦਿਸ ਲਾਸਟ ਰਿਜ਼ੋਰਟ ਫੇਲਡ। ਪਰ ਇਹ ਜਿਹੜਾ ਉਹਦਾ ਅਖੀਰਲਾ ਉਹਨੇ ਇੱਕ ਤਰੀਕਾ ਸੋਚਿਆ ਸੀ ਉਹ ਫੇਲ ਹੋ ਗਿਆ, ਕਿਉਂਕਿ ਜਿਹੜਾ ਉਹਨੇ ਬੈਟ ਕੀਤਾ ਸੀ ਜਿਨ੍ਹਾਂ ਹਾਰਸਿਸ 'ਤੇ, ਦੇ ਕੁਡ ਨਾਟ ਮੇਕ ਇਟ। Terrified of the prosecution which must follow, sick at heart, sunk in despair, he shut himself in his room and turned on the gas. ਸੋ ਇਸ ਕਰਕੇ ਉਹਨੂੰ ਫਿਰ ਕੀ ਲੱਗਦਾ ਸੀਗਾ ਕਿ ਹੁਣ ਤਾਂ ਮੈਂ ਬੁੱਕ ਮੇਕਰ ਨੂੰ ਵੀ ਇੰਨੇ ਪੈਸੇ ਦੇਣੇ ਆ ਜਿੱਥੇ ਮੈਂ ਜੂਆ ਖੇਡਦਾ ਸੀਗਾ। ਸੋ ਉਹਨੂੰ ਫਿਰ ਕਿਸ ਤੋਂ ਡਰ ਗਿਆ ਉਹ? ਪ੍ਰੋਸੀਕਿਊਸ਼ਨ ਦਾ ਮਤਲਬ ਇਹ ਕੀ ਹੈ ਕਿ ਹੁਣ ਮੇਰੇ 'ਤੇ ਮੁਕੱਦਮਾ ਚੱਲੇਗਾ, ਬੁੱਕ ਮੇਕਰ ਮੇਰੀ ਸ਼ਿਕਾਇਤ ਕਰੇਗਾ। ਸੋ ਪ੍ਰੋਸੀਕਿਊਸ਼ਨ ਦਾ ਮਤਲਬ ਹੀ ਕੀ ਹੈ? ਲੀਗਲ, ਯੂ ਮੇ ਸੇ ਲੀਗਲ ਪ੍ਰੋਸੀਡਿੰਗਸ, ਲੀਗਲ ਐਕਸ਼ਨ। ਸੋ ਟੈਰੀਫਾਈਡ ਦਾ ਮਤਲਬ ਕੀ ਹੈ? ਵੈਰੀ ਮਚ ਅਫਰੇਡ। ਸੋ ਬਹੁਤ ਜ਼ਿਆਦਾ ਉਹ ਡਰ ਗਿਆ ਕਿ ਹੁਣ ਮੇਰੇ ਉੱਤੇ ਮੁਕੱਦਮਾ ਚੱਲੇਗਾ, ਔਰ ਉਹ ਪੂਰੀ ਤਰ੍ਹਾਂ ਨਾਲ ਨਾ ਉਮੀਦੀ ਦੇ ਵਿੱਚ ਡੁੱਬ ਗਿਆ। ਡਿਸਪੇਅਰ ਦਾ ਮਤਲਬ ਹੀ ਕੀ ਹੁੰਦਾ? ਲਾਸ ਆਫ ਹੋਪ। ਸੋ ਉਹਨੇ ਕੀ ਕੀਤਾ? ਪੂਰੀ ਤਰ੍ਹਾਂ ਨਾਲ ਨਿਰਾਸ਼ ਹੋ ਕੇ, ਵਾਟ ਡਿਡ ਹੀ ਡੂ? ਹੀ ਸ਼ਟ ਹਿਮਸੈਲਫ ਇਨ ਹਿਜ਼ ਰੂਮ ਐਂਡ ਹੀ ਟਰਨਡ ਔਨ ਦ ਗੈਸ ਐਂਡ ਹੀ ਅਟੈਂਪਟਡ ਸੁਸਾਈਡ ਇਨ ਦਿਸ ਮੈਨਰ, ਕਿ ਮੈਂ ਗੈਸ ਨੂੰ ਇਨਹੇਲ ਕਰ ਕਰਕੇ ਮੈਂ ਖ਼ਤਮ ਹੋ ਜਾਊਂਗਾ। A long bar of silence throbbed in the little attic when he concluded this baiting confession. So ਹੁਣ ਉਹ ਡਾਕਟਰ ਨੇ ਔਰ ਜਿਹੜੀ ਲੈਂਡ ਲੇਡੀ ਸੀ ਅਤੇ ਜਿਹੜਾ ਪੁਲਿਸ ਅਫਸਰ ਸੀਗਾ, ਉਹਨਾਂ ਨੇ ਉਹਦੀ ਸਾਰੀ ਕਹਾਣੀ ਸੁਣੀ। Then gruffly the sergeant asked how much he had stolen. So ਫਿਰ ਉਹਨੂੰ ਪੁੱਛਿਆ ਕਿ ਤੂੰ ਜਿਹੜਾ ਆਫਿਸ 'ਚੋਂ ਜਿਹੜੇ ਤੂੰ ਪੈਸੇ ਚੱਕੇ ਸੀਗੇ ਉਹ ਕਿੰਨੇ ਚੱਕੇ ਸੀਗੇ? Pitifully almost the answer came, 7 pounds 10 shillings. ਸੋ ਇੰਨੇ ਛੋਟਾ ਅਮਾਊਂਟ ਉਹਨੇ ਚੱਕਿਆ ਸੀ, ਉਹਦੇ ਪਿੱਛੇ ਆਪਣੀ ਜਾਨ ਦੇ ਰਿਹਾ ਸੀ। ਯੈਸ, ਇਨਕ੍ਰੈਡੀਬਲ though it seemed, for this paltry sum this poor misguided lad had almost thrown away his life. ਪੋਲਟਰੀ ਦਾ ਮਤਲਬ ਕੀ ਹੈ? ਵੈਰੀ ਸਮੋਲ। ਸੋ ਕਹਿੰਦੇ ਕਿ ਬੇਸ਼ੱਕ ਯਕੀਨ ਤਾਂ ਨਹੀਂ ਸਾਨੂੰ ਆ ਰਿਹਾ ਸੀ ਉਸ ਵੇਲੇ, ਪਰ ਯਕੀਨ ਕਰਨ ਯੋਗ ਇਹ ਗੱਲ ਨਹੀਂ ਸੀ। ਇਨਕ੍ਰੈਡੀਬਲ ਦਾ ਮਤਲਬ ਇਹ ਕੀ ਹੈ? ਵਿਚ ਇਜ਼ ਸਮਥਿੰਗ ਦੈਟ ਇਜ਼ ਹਾਰਡ ਟੂ ਬਲੀਵ, ਸਮਥਿੰਗ ਦੈਟ ਇਜ਼ ਡਿਫਿਕਲਟ ਟੂ ਬਲੀਵ। ਸੋ ਦੋ ਇਟ ਵਾਜ਼ very much incredible, one cannot believe this story, but ਹੋਇਆ ਕੀ ਸੀਗਾ ਕਿ ਇਹਨੇ ਛੋਟੇ ਜਿਹੇ ਅਮਾਊਂਟ ਕਰਕੇ ਉਹਨੇ ਇਸ ਲੈਡ ਨੇ ਆਪਣੀ ਜਾਨ ਹੀ ਗਵਾ ਦਿੱਤੀ ਸੀ। Again there came a pause in which plainly the same unspoken thought was uppermost in the minds of the three of us who were the sole witnesses of this near tragedy. Sole ਦਾ ਮਤਲਬ ਕੀ ਹੈ? ਓਨਲੀ। ਸੋ ਉਸ ਤੋਂ ਬਾਅਦ ਕੀ ਕਹਿੰਦਾ ਕਿ ਅਸੀਂ ਤਿੰਨੋਂ ਹੀ ਕੁਛ ਨਾ ਕੁਛ ਸੋਚ ਰਹੇ ਸੀ, ਪਰ ਸਾਡੀ ਸੋਚ ਤਕਰੀਬਨ ਇੱਕੋ ਜਿਹੀ ਸੀਗੀ। ਸੋ ਦੇ ਵਰ almost of one accord we voiced our desire to give the youth, whose defenseless nature rather than any vicious tendencies had brought him to this extremity, a fresh start. ਸੋ ਉਹਨਾਂ ਨੇ ਤਿੰਨਾਂ ਨੇ ਇੱਕੋ ਹੀ ਗੱਲ ਫਿਰ ਕਰਨੀ ਸ਼ੁਰੂ ਕਰ ਦਿੱਤੀ। ਉਹ ਤਿੰਨੋਂ ਹੀ ਕੀ ਚਾਹੁੰਦੇ ਸੀਗੇ? ਸੋ ਤਿੰਨ ਜਣੇ ਕੌਣ ਸੀਗੇ? ਦ ਲੈਂਡ ਲੇਡੀ, ਦ ਸਰਜੈਂਟ ਐਂਡ ਦ ਡਾਕਟਰ। ਸੋ ਉਹਨਾਂ ਨੇ ਹੁਣ ਉਹਨਾਂ ਨੇ ਤਿੰਨਾਂ ਨੇ ਕੀ ਸੋਚਿਆ ਕਿ ਸਾਨੂੰ ਇਹਦੀ ਹੈਲਪ ਕਰਨੀ ਚਾਹੀਦੀ ਹੈ। ਸੋ ਦੇਖੋ ਇਹਨੂੰ ਹੁਣ, the sergeant at considerable risk to his job resolved to make no report upon the case, so no court proceedings would result. तो ਸਰਜੈਂਟ ਨੇ ਕੀ ਕਿਹਾ? ਮੈਂ ਕਿੱਦਾਂ, ਪੁਲਿਸ ਵਾਲੇ ਨੇ ਕਿੱਦਾਂ ਕਿਹਾ ਮੈਂ ਹੈਲਪ ਕਰੂੰਗਾ? ਸੋ ਹਾਲੇ ਕਿ ਇਹ ਉਹਦੀ ਜੋਬ ਨੂੰ ਬਹੁਤ ਵੱਡਾ ਖਤਰਾ ਸੀਗਾ ਇੱਦਾਂ ਕਰਨ ਨਾਲ।
but he decided to do it. And what did he decide to do? That he would not ਮੇਕ ਅ ਰਿਪੋਰਟ ਅਪੋਨ ਦ ਕੇਸ, ਕਿ ਜਿਹੜਾ ਉਹਨੇ ਜੇ ਜਾਨ ਲੈਣ ਦੀ ਕੋਸ਼ਿਸ਼ ਕੀਤੀ ਹੈ ਆਪਣੀ ਤਾਂ ਉਹ ਉਹਦੀ ਰਿਪੋਰਟ ਨਹੀਂ ਕਰੇਗਾ। ਸੋ ਇਹਦੇ ਨਾਲ ਫਿਰ ਉਹ ਪੁਲਿਸ ਦੇ ਜਿਹੜੇ ਚੱਕਰ ਸੀਗੇ ਉਹਨਾਂ ਤੋਂ ਬਚ ਗਿਆ। ਦ ਲੈਂਡ ਲੇਡੀ ਆਫਰਡ ਅ ਮੰਥਸ ਫ੍ਰੀ ਬੋਰਡ ਅੰਟਿਲ ਹੀ ਗੋਟ ਅਪੋਨ ਹਿਸ ਫੀਟ ਅਗੇਨ। ਸੋ ਜਿਹੜੀ ਲੈਂਡ ਲੇਡੀ ਸੀਗੀ ਉਹਨੇ ਕੀ ਕਿਹਾ ਕਿ ਚਲੋ 1 ਮਹੀਨਾ ਇਹ ਰਹਿ ਲਵੇ ਬਿਨਾਂ ਕਿਰਾਇਆ ਦਿੱਤੇ। ਇਹ ਸੋਨੇ ਵੀ ਆਪਣੇ ਵੱਲੋਂ ਹੈਲਪ ਕਰ ਦਿੱਤੀ। ਵਾਈਲ ਆਈ ਮੇਕਿੰਗ ਪਰਹੈਪਸ ਦ ਲੀਸਟ ਕੰਟਰੀਬਿਊਸ਼ਨ came forward with £7 10 shillings for him to put back in the office safe। ਸੋ ਕਹਿੰਦਾ ਕਿ ਮੈਂ ਸ਼ਾਇਦ ਸਭ ਤੋਂ ਘੱਟ ਕੰਟਰੀਬਿਊਸ਼ਨ ਕੀਤੀ ਔਰ ਮੈਂ ਸਿਰਫ ਉਹਨੂੰ ਉਹ £7 ਤੇ 10 ਸ਼ਿਲਿੰਗਸ ਦਿੱਤੇ ਜਿਹੜੇ ਕਿ ਉਹਨੇ ਆਪਣੇ ਆਫਿਸ ਦੇ ਸੇਫ 'ਚੋਂ ਚੁਰਾਏ ਸੀਗੇ। ਸੋ ਉਹਨੇ ਸਿਰਫ ਉਹ ਦੇ ਦਿੱਤੇ। ਔਰ ਹੁਣ ਉਸ ਤੋਂ ਬਾਅਦ ਫਿਰ ਕੀ ਹੋਇਆ, ਦੈਨ ਦ ਡਾਕਟਰ ਫੋਗੋਟ ਆਲ ਅਬਾਊਟ ਦੈਟ ਬੋਏ। ਸੋ ਸਾਨੂੰ ਪਤਾ ਹੈ ਕਿ ਉਸ ਤੋਂ ਬਾਅਦ ਡਾਕਟਰ ਨੂੰ ਤਾਂ ਭੁੱਲ ਗਿਆ ਕਿ ਮੈਂ ਭਲਾਈ ਕੀਤੀ ਸੀਗੀ, ਪਰ ਜਿੱਦਾਂ ਕੀਤੀ ਸੀਗੀ ਉਹਨੇ ਫਿਰ ਸਾਰੀ ਕਹਾਣੀ ਜਦੋਂ ਉਹਨੇ ਇਹਨੂੰ ਯਾਦ ਕਰਵਾਇਆ ਅਤੇ ਸਾਰੀ ਕਹਾਣੀ ਡਾਕਟਰ ਨੂੰ ਯਾਦ ਆ ਗਈ। ਦ ਸ਼ਿਪ ਮੂਵਡ ਔਨ ਥਰੂ ਦ ਸਟਿਲ ਡਾਰਕਨੈਸ ਆਫ ਦ ਨੀਸ਼ ਦਾ ਮਤਲਬ ਕੀ ਹੈ ਸੀ। ਦੇਰ ਵਾਜ਼ ਨੋ ਨੀਡ ਆਫ ਸਪੀਚ। ਸੋ 3 ਜਣੇ ਬੈਠੇ ਹੋਏ ਸੀ, ਡਾਕਟਰ ਐਂਡ ਮਿਸਟਰ ਐਸ ਐਂਡ ਮਿਸਿਜ਼ ਐਸ। ਸੋ ਕੁਛ ਨਹੀਂ ਬੋਲ ਰਹੇ ਸੀ ਉਹ। ਵਿਦ a tender gesture, Mrs. S had taken her husband's hand, and as we sat in silence, hearing the sounding of the sea and the sighing of the breeze, a singular emotion overcame me। ਸੋ ਕੀ ਕਹਿੰਦਾ ਕਿ ਮੈਂ ਜਦੋਂ ਦੇਖ ਰਿਹਾ ਸੀਗਾ ਉੱਥੇ ਬੈਠਾ ਤਾਂ ਇੱਕ ਖਾਸ ਭਾਵਨਾ ਮੇਰੇ ਮਨ 'ਚ ਆਈ। I could not but reflect that against all the bad investments I had made through the years, foolish speculations for material gain, here at last was one I need not regret, one that had paid no dividend for worldly goods, yet which might stand nevertheless on the profit side in the final reckoning। ਸੋ ਉਹਨੇ ਕੀ ਸੋਚ ਰਿਹਾ ਸੀਗਾ ਕਿ ਮੈਂ ਸਾਰੀ ਉਮਰ ਬਹੁਤ ਪੈਸੇ ਆਪਣੇ ਵੱਲੋਂ ਇਨਵੈਸਟ ਕੀਤੇ ਹੈ। ਸੋ ਆਈ ਹੈਵ ਮੇਡ ਮੈਨੀ ਇਨਵੈਸਟਮੈਂਟਸ। ਸੋ ਇਹ ਸੋਚ ਰਿਹਾ ਸੀਗਾ ਕਿ ਆਈ ਹੈਵ ਮੇਡ ਮੈਨੀ ਇਨਵੈਸਟਮੈਂਟਸ ਐਂਡ ਕਾਹਦੇ ਵਾਸਤੇ ਮੈਂ ਇਨਵੈਸਟਮੈਂਟਸ ਕੀਤੀਆਂ ਤਾਂ ਕਿ ਮੈਨੂੰ ਫਿਊਚਰ ਦੇ ਵਿੱਚ ਚੰਗੇ ਪੈਸੇ ਮਿਲਣ। ਪਰ ਉਹਨੂੰ ਕੀ ਲੱਗਦਾ ਕਿ ਜਿਹੜੀ ਉਹਨੇ ਆਹ ਵਾਲਾ ਕੰਮ ਕੀਤਾ ਸੀਗਾ, ਜਿਹੜੇ ਉਹਨੇ £7 ਦਿੱਤੇ ਸੀਗੇ, ਬਟ ਹੀਅਰ ਐਟ ਲਾਸਟ ਵਾਜ਼ ਵਨ ਆਈ ਨੀਡ ਨਾਟ ਰਿਗਰੈਟ, ਵਨ ਦੈਟ ਹੈਡ ਪੇਡ ਨੋ ਡਿਵੀਡੈਂਡ ਫॉर ਵਰਲਡਲੀ ਗੁੱਡਸ। ਸੋ ਇਹ ਇੱਦਾਂ ਦੀ ਇਨਵੈਸਟਮੈਂਟ ਸੀ ਜਿਹਦੇ ਵਿੱਚ ਕੀ ਪੈਸਾ ਤਾਂ ਉਹਦੇ ਕੋਲ ਕੋਈ ਵਾਪਸ ਨਹੀਂ ਆਇਆ ਸੀਗਾ, yet which might stand nevertheless on the profit side in the final reckoning। ਸੋ ਫਾਈਨਲ ਰੈਕਨਿੰਗ ਦਾ ਮਤਲਬ ਕੀ ਹੈ ਕਿ ਜਦੋਂ ਰੱਬ ਸਾਡੇ ਹਿਸਾਬ ਕਿਤਾਬ ਕਰੇਗਾ, ਸ਼ਾਇਦ ਹੋ ਸਕਦਾ ਹੈ ਕਿ ਜਿਹੜਾ ਇਹਨੇ ਇਹ ਕੰਮ ਕੀਤਾ ਉਹਦੇ ਨਾਲ ਇਹਨੂੰ ਇੱਕ ਰੱਬ ਦੀਆਂ ਨਜ਼ਰਾਂ ਦੇ ਵਿੱਚ ਇਹ ਉੱਚਾ ਉੱਠ ਜਾਵੇ ਔਰ ਇਹਨੂੰ ਫਾਈਨਲ ਹਿਸਾਬ ਕਿਤਾਬ ਦੇ ਵਿੱਚ ਇਹਨੂੰ ਸ਼ਾਇਦ ਫਾਇਦਾ ਹੋ ਜਾਵੇ। ਫਾਈਨਲ ਹਿਸਾਬ ਕਿਤਾਬ ਕਿਹਨੇ ਕਰਨਾ? ਗੋਡ ਨੇ। ਸੋ ਨਾਓ ਆਈ ਮੇਕ ਐਨ ਐਂਡ ਹੇਅਰ, and I hope you have understood the chapter